ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਨੰਦਪੁਰ ਸਾਹਿਬ ਵਿੱਚ ਅੱਜ ਦੀਵਾਨ ਲੱਗਿਆ ਹੋਇਆ ਹੈ। 80,000 ਬੰਦਾ ਦੀਵਾਨ ਵਿੱਚ ਬੈਠਾ ਹੈ। ਸਾਰੇ ਭਾਰਤ ਵਰਸ਼ ਦੇ ਕੋਨੇ-ਕੋਨੇ ਤੋਂ ਸਿੱਖ ਆਏ ਹੋਏ ਨੇ। ਆਬਾਦੀ ਬਹੁਤ ਥੋੜੀ ਸੀ ਉਸ ਵਕਤ, ਲੇਕਿਨ ਐਨੇ ਸਿੱਖਾਂ ਦਾ ਇਕੱਠੇ ਹੋ ਜਾਣਾ, ਨਾ ਕੋਈ ਸਵਾਰੀ, ਪੈਦਲ ਚੱਲ ਕੇ ਆਉਂਦੇ ਸੀ। ਹਜ਼ਾਰ, 2-2, 3-3, 4-4 ਹਜ਼ਾਰ ਕਿਲੋਮੀਟਰ ਤੋਂ ਪੈਦਲ ਚੱਲ ਕੇ ਗੁਰਸਿੱਖ ਪਹੁੰਚੇ ਨੇ। ਸਾਰੇ ਮਹਾਰਾਜ ਦੇ ਮੁਖੜੇ ਵੱਲ ਇਸ ਤਰ੍ਹਾਂ ਦੇਖਦੇ ਨੇ ਜਿਵੇਂ ਹਜ਼ਾਰਾਂ ਚਕੋਰ ਬੈਠੀ ਹੋਈ ਚੰਦਰਮਾ ਵੱਲ ਦੇਖਦੀ ਹੋਵੇ। ਨੇਤਰ ਨਹੀਂ ਸਨ ਝਮਕਦੇ ਕਿ ਦਰਸ਼ਨ ਕਿਤੇ ਅੱਖ ਝਮਕੀ ਤੇ ਰਹਿ ਨਾ ਜਾਣ। ਮਹਾਰਾਜ ਜੀ ਦੇ ਹੱਥ ਵਿੱਚ ਤੀਰ ਹੈ। ਸੰਗਤ ਬੜੇ ਪਿਆਰ ਨਾਲ ਦੇਖਦੀ ਹੈ। ਮਹਾਰਾਜ ਜੀ ਵੀ ਸੰਗਤ ਨੂੰ ਬੜੇ ਪ੍ਰੇਮ ਨਾਲ ਦੇਖ ਰਹੇ ਨੇ। ਲੇਕਿਨ ਅਚਾਨਕ ਆਪ ਦੇ ਚਿਹਰੇ ਦੇ ਉੱਤੇ ਕੁਝ ਰੇਖਾਵਾਂ ਉੱਭਰ ਆਈਆਂ। ਸ੍ਰੀ ਸਾਹਿਬ ਕੱਢ ਲਈ ਤੇ ਤਖਤ ਤੇ ਆ ਗਏ। ਆਵਾਜ਼ ਦਿੱਤੀ, ਕਹਿਣ ਲੱਗੇ, ਗੁਰਸਿੱਖੋ, ਆ ਸੰਸਾਰ ਦੇ ਦੁੱਖ ਦੂਰ ਕਰਨ ਵਾਸਤੇ ਹਵਨ ਕੁੰਡ ਦੇ ਵਿੱਚ ਇੱਕ ਸੀਸ ਪਾਉਣਾ ਹੈ। ਇੱਕ ਸੀਸ ਦੀ ਲੋੜ ਹੈ। ਉੱਠੋ ਕੋਈ ਪਿਆਰਾ ਤੇ ਸੀਸ ਦੇ ਦਿਓ। ਆਵਾਜ਼ ਸੁਣ ਲਈ ਸਾਰਿਆਂ ਨੇ। ਸਾਧ ਸੰਗਤ ਜੀ, ਸਮਝ ਨਹੀਂ ਆਈ ਇਹ ਕੀ ਗੱਲ ਬਣ ਗਈ ਹੈ। ਅਚਾਨਕ ਇਹ ਗੱਲ ਕਹਿ ਦਿੱਤੀ ਮਹਾਰਾਜ ਜੀ ਨੇ। ਸਾਰੇ ਹੈਰਾਨ ਹੋ ਗਏ। ਆਵਾਜ਼ ਖਤਮ ਹੁੰਦੇ ਹੀ ਇੱਕ ਗੁਰਸਿੱਖ ਪਿਆਰਾ ਖੜਾ ਹੋ ਗਿਆ, ਜਿਸ ਦਾ ਨਾਮ ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲੇ ਨੇ। ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਪਾਸ ਆ ਗਏ। ਆ ਕੇ ਬੇਨਤੀ ਕਰਨ ਲੱਗੇ, ਮਹਾਰਾਜ ਜੀਓ, ਮੈਂ ਸਰੀਰ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਮੈਂ ਪ੍ਰਾਣ ਵੀ ਨਹੀਂ ਹਾਂ, ਨਾ ਬੁੱਧੀ ਹਾਂ ਨਾ ਚਿੱਤ ਹਾਂ, ਮੈਂ ਆਤਮਾ ਹਾਂ। ਆਤਮਾ ਮਰਦੀ ਨਹੀਂ ਹੈ। ਆ ਜਿਹੜੀ ਤੁੰਬੀ ਹੈ, ਕੌੜੀ ਤੁੰਬੀ ਜਿਸ ਨੂੰ ਕਹਿੰਦੇ ਨੇ, ਪਾਤਸ਼ਾਹ ਜੇ ਇਹ ਕੌੜੀ ਤੁੰਬੀ ਲੈ ਕੇ ਤੂੰ ਰੀਝ ਸਕਦਾ ਹੈ, ਲੈ ਲੈ, ਮੇਰਾ ਸਿਰ ਹਾਜ਼ਰ ਹੈ। ਮਹਾਰਾਜ ਨੇ ਬਾਂਹ ਤੋਂ ਫੜ ਕੇ ਝਟਕਾ ਮਾਰਿਆ, ਖਿੱਚ ਕੇ ਲੈ ਗਏ। ਪੂਰੇ ਜ਼ੋਰ ਨਾਲ ਤੰਬੂ ਦੇ ਅੰਦਰ ਗਏ। ਖੜਾਕਾ ਹੋਇਆ ਗਿਰਨ ਦਾ। ਬਾਹਰ ਆ ਗਏ। ਸ੍ਰੀ ਸਾਹਿਬ ਦੇ ਵਿੱਚੋਂ ਖੂਨ ਦੀਆਂ ਬੂੰਦਾਂ ਚੋ ਰਹੀਆਂ ਨੇ। ਕੁਝ ਸਹਿਮ ਛਾ ਗਿਆ ਕਿ ਭਾਈ ਦਇਆ ਰਾਮ ਵਰਗੇ ਬ੍ਰਹਮ ਗਿਆਨੀ ਮਹਾਵਿਦਵਾਨ, ਆਪ ਗੁਰੂ ਘਰ ਦੇ ਮਹਾਵਿਦਵਾਨ ਸਨ, ਜੋਗੀ ਵੀ ਸੀਗੇ, ਵੱਡੀਆਂ ਅਵਸਥਾਵਾਂ ਪ੍ਰਾਪਤ ਸੀ, ਸਾਰੇ ਸ਼ਸਤਰਾਂ ਦੇ ਗਿਆਤਾ, ਵੇਦਾਂ ਦੇ ਗਿਆਤਾ। ਲੇਕਿਨ ਜਿਹੜੇ ਕੱਚੇ ਸੀ, ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਕਿ ਗੁਰੂ ਨੂੰ ਕੀ ਹੋ ਗਿਆ ਹੈ, ਕਿਤੇ ਸੱਚਿਓਂ ਤਾਂ ਨਹੀਂ ਦੇਵੀ ਪੁੱਠੀ ਪੈ ਗਈ ਹੈ। ਆਵਾਜ਼ ਆਈ ਦੂਸਰੀ ਵਾਰ। ਮਹਾਰਾਜ ਜੀ ਨੇ ਕਿਹਾ, ਇੱਕ ਸਿੱਖ ਹੋਰ, ਇੱਕ ਸਿਰ ਹੋਰ ਚਾਹੀਦਾ ਹੈ। ਇੱਕ ਗੁਰਸਿੱਖ ਪਿਆਰਾ ਹੋਰ ਉੱਠਿਆ, ਭਾਈ ਧਰਮਦਾਸ, ਹਸਨਾਪੁਰ ਦਾ ਰਹਿਣ ਵਾਲਾ, ਦਿੱਲੀ ਦਾ ਜੱਟ ਹੈ। ਅੱਗੇ ਵਧਿਆ, ਸੰਗਤ ਦੇ ਵਿੱਚੋਂ ਤੇਜ਼ੀ ਨਾਲ ਆ ਰਿਹਾ ਹੈ। ਮਹਾਰਾਜ ਵੀ ਦੇਖ ਰਹੇ ਨੇ। ਨੇੜੇ ਆ ਗਿਆ, ਆ ਕੇ ਬੇਨਤੀ ਕਰਦਾ ਹੈ, ਪਾਤਸ਼ਾਹ, ਜਦ ਪਹਿਲੇ ਦਿਨ ਤੇਰੇ ਦਰਸ਼ਨ ਕੀਤੇ ਸੀ, ਉਸੇ ਦਿਨ ਸੌਦਾ ਹੋ ਗਿਆ ਸੀ। ਮੈਂ ਤਨ ਵੀ ਦੇ ਦਿੱਤਾ, ਮਨ ਵੀ ਦੇ ਦਿੱਤਾ, ਧਨ ਵੀ ਦੇ ਦਿੱਤਾ। ਬਦਲੇ ਵਿੱਚ ਮੈਂ ਤੇਰਾ ਪਿਆਰ ਲਿਆ ਹੈ। ਪਿਆਰਿਆ, ਜੇ ਤੂੰ ਮੇਰਾ ਸੀਸ ਲੈ ਕੇ ਰਾਜੀ ਹੈ, ਲੈ ਲੈ, ਮੇਰਾ ਸੀਸ ਲੈ ਲੈ। ਜਿਸ ਦਿਨ ਮੈਂ ਤੇਰੇ ਚਰਨਾਂ ਵਿੱਚ ਸੀਸ ਭੇਟ ਕਰ ਦਿੱਤਾ, ਉਹ ਤਾਂ ਤੈਨੂੰ ਹੀ ਦੇ ਦਿੱਤਾ। ਇਹ ਤੇਰੀ ਹੀ ਚੀਜ਼ ਹੈ ਮਹਾਰਾਜ, ਮੇਰਾ ਕੁਝ ਵੀ ਨਹੀਂ। ਮਹਾਰਾਜ ਜੀ ਨੇ ਝਟਕਾ ਮਾਰਿਆ। ਉਸ ਨੂੰ ਵੀ ਅੰਦਰ ਲੈ ਗਏ। ਤੰਬੂ ਦੇ ਵਿੱਚ ਜਾ ਕੇ ਉਵੇਂ ਹੀ ਆਵਾਜ਼ ਆਈ। ਖੂਨ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਤੰਬੂ ਚੋਂ। ਸ੍ਰੀ ਸਾਹਿਬ ਉਸੇ ਤਰ੍ਹਾਂ ਖੂਨ ਦੇ ਨਾਲ ਲਿਬੜੀ ਹੋਈ ਹੈ। ਦਹਿਸ਼ਤ ਪਾਉਂਦੀ ਆ ਰਹੀ ਹੈ। ਉਸੇ ਤਰ੍ਹਾਂ ਮਹਾਰਾਜ ਲਿਸ਼ਕਾ ਰਹੇ ਨੇ। ਫੇਰ ਆਵਾਜ਼ ਦਿੱਤੀ ਕਿ ਇੱਕ ਸੀਸ ਹੋਰ ਚਾਹੀਦਾ ਹੈ। ਉੱਠੋ ਪਿਆਰਿਓ, ਇੱਕ ਸੀਸ ਦੀ ਲੋੜ ਹੈ, ਕਿਉਂਕਿ ਸੀਸਾਂ ਦਾ ਹਵਨ ਕਰਨਾ ਹੈ, ਘਿਓ ਦਾ ਨਹੀਂ ਕਰਨਾ। ਇਹ ਸੁਤੰਤਰਤਾ ਦੀ ਦੇਵੀ ਨੂੰ ਭੇਟ ਕਰਨਾ ਹੈ। ਉੱਠੋ ਕੋਈ ਪਿਆਰਾ। ਉਸ ਵੇਲੇ ਸਾਧ ਸੰਗਤ ਜੀ, ਇੱਕ ਗੁਰਸਿੱਖ ਉੱਠਿਆ, ਜਿਸ ਦਾ ਨਾਮ ਮੋਹਕਮ ਚੰਦ ਸੀ। ਜਾਤ ਦਾ ਸ਼ੀਂਬਾ ਸੀ ਤੇ ਦੁਆਰਕਾ ਦਾ ਰਹਿਣ ਵਾਲਾ ਸੀ। ਦੇਖ ਲਓ, ਕਿੱਥੇ ਦੁਆਰਕਾ ਹੈ, ਜਿੱਥੇ ਸ਼੍ਰੀ ਕ੍ਰਿਸ਼ਨ ਮਹਾਰਾਜ ਨਾਮਦੇਵ ਜੀ ਹੋਏ ਨੇ। ਉੱਠ ਕੇ ਤੁਰ ਗਿਆ। ਕੋਈ ਫਿਕਰ ਨਹੀਂ ਹੈ, ਮੇਰਾ ਸਾਥ ਰਹਿ ਗਿਆ, ਮੇਰੀ ਘਰਵਾਲੀ ਮੇਰੇ ਨਾਲ ਹੈ ਜਾਂ ਮੇਰੇ ਬੱਚੇ ਮੇਰੇ ਨਾਲ ਹਨ। ਮੈਂ ਕਿਸੇ ਨੂੰ ਦੱਸ ਕੇ ਨਹੀਂ ਆਇਆ। ਉਸ ਵੇਲੇ ਆਇਆ, ਦੋਵੇਂ ਹੱਥ ਜੋੜ ਲਏ, ਪਾਤਸ਼ਾਹ, ਦੇਰੀ ਹੋ ਗਈ, ਖਿਮਾ ਕਰਨਾ, ਮੇਰੇ ਤੋਂ ਭੁੱਲ ਹੋ ਗਈ, ਮੈਂ ਪਹਿਲਾਂ ਨਾ ਉੱਠ ਸਕਿਆ ਜਦੋਂ ਤੁਸੀਂ ਪਹਿਲੀ ਵਾਰ ਆਵਾਜ਼ ਮਾਰੀ ਸੀ। ਸੋ ਪਾਤਸ਼ਾਹ, ਜਦੋਂ ਤੇਰਾ ਹੁਕਮਨਾਮਾ ਪਹੁੰਚੇ,
ਗੁਰਸਿੱਖ ਪਿਆਰੇ ਹੋਕਾ ਦੇ ਰਹੇ ਸੀ ਦਵਾਰਕਾ ਦੇ ਅੰਦਰ ਕਿ ਗੁਰੂ ਨੇ ਸੱਦ ਪਾਈ ਹੈ ਕਿ ਸਾਰੀ ਸਿੱਖੀ ਅਨੰਦਪੁਰ ਸਾਹਿਬ ਇਕੱਠੀ ਹੋਵੇ। ਪਾਤਸ਼ਾਹ, ਰਸਤੇ ਵਿੱਚ ਬੇਅੰਤ ਕਠਿਨਾਈਆਂ ਆਈਆਂ, ਬੇਅੰਤ ਔਕੜਾਂ ਆਈਆਂ। ਗਰੀਬ ਆਦਮੀ ਤੁਰਦੇ ਤੁਰਦੇ ਇੱਥੇ ਪਹੁੰਚੇ ਹਾਂ। ਪਾਤਸ਼ਾਹ, ਘਰੋਂ ਜਦ ਚੱਲੇ ਸੀ ਤੇਰਾ ਹੁਕਮ ਜਾ ਸੀ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਫੇਰ ਪਾਤਸ਼ਾਹ ਮੇਰੇ ਤੋਂ ਮੰਗਦੇ ਹੋ ਸੀਸ, ਮਹਾਰਾਜ ਇਹ ਤੁਹਾਡਾ ਹੀ ਹੈ, ਮੇਰਾ ਨਹੀਂ ਹੈ। ਪਾਤਸ਼ਾਹ ਇਹ ਤੇਰੀ ਅਮਾਨਤ ਹੈ, ਤੈਨੂੰ ਮੋੜ ਕੇ ਮਹਾਨ ਸੁਖ ਹੋ ਗਿਆ ਹੈ। ਮਹਾਰਾਜ ਜੀ ਨੇ ਉਸੇ ਤਰ੍ਹਾਂ ਉਹਨੂੰ ਵੀ ਫੜ ਲਿਆ, ਉਸੇ ਵੇਲੇ ਤੰਬੂ ਵਿੱਚ ਲੈ ਗਏ। ਫੇਰ ਵਾਪਸ ਆਏ, ਇੱਕ ਸੀਸ ਦੀ ਹੋਰ ਮੰਗ ਕੀਤੀ। ਇਸ ਵਾਰ ਭਾਈ ਸਾਹਿਬ ਚੰਦ ਜੋ ਚੌਥਾ ਸਿਰ ਦੇ ਰਹੇ ਨੇ, ਨਾਈ ਜਾਤ ਹੈ, ਬਿਦਰ ਸ਼ਹਿਰ ਦੇ ਰਹਿਣ ਵਾਲੇ ਨੇ। ਦੋਵੇਂ ਹੱਥ ਜੋੜ ਲਏ, ਪਾਤਸ਼ਾਹ ਮੈਨੂੰ ਤੇਰੇ ਪਿਆਰ ਦੀ ਲੋੜ ਹੈ, ਆਹ ਸੀਸ ਮੰਗਦੇ ਹੋ। ਮੇਰੇ ਵਰਗਾ ਭਾਗਾਂ ਵਾਲਾ ਕਿਹੜਾ ਹੈ ਜਿਹੜਾ ਤੇਰੀ ਤਲਵਾਰ ਅੱਗੇ ਝੁਕਿਆ ਰਹੇ। ਸੋ ਮਹਾਰਾਜ ਫਿਰ ਤੰਬੂ ਦੇ ਅੰਦਰ ਲੈ ਗਏ ਤੇ ਥੋੜੀ ਦੇਰ ਬਾਅਦ ਬਾਹਰ ਆਏ। ਪੰਜਵੀਂ ਵਾਰ ਗੁਰੂ ਮਹਾਰਾਜ ਫਿਰ ਕਹਿਣ ਲੱਗੇ, ਇੱਕ ਸਿਰ ਦੀ ਹੋਰ ਲੋੜ ਹੈ। ਉਸ ਵੇਲੇ ਇੱਕ ਨੌਜਵਾਨ 22 ਸਾਲ ਦਾ ਘਰਵਾਲੀ ਵੱਲ ਦੇਖਿਆ, ਫਤਿਹ ਬੁਲਾ ਦਿੱਤੀ, ਦੋਵੇਂ ਹੱਥ ਜੋੜ ਕੇ ਸਾਹਮਣੇ ਆ ਗਿਆ ਗੁਰੂ ਮਹਾਰਾਜ ਦੇ। ਪਾਤਸ਼ਾਹ, ਯਾਦ ਹੈ ਮੇਰੇ ਕਿ ਪਿਆਰ ਵਾਲਿਆਂ ਨੂੰ ਪਿਆਰ ਦਾ ਸੌਦਾ ਕਰਨਾ ਹੈ, ਇਹ ਮਿਲਦਾ ਹੀ ਸੀਸ ਦੇ ਬਦਲੇ ਹੈ। ਅੰਦਰ ਲੈ ਗਏ, ਖੜਾਕਾ ਹੋਇਆ, ਪਿੱਛੇ ਗੱਲਾਂ ਚੱਲਣ ਲੱਗ ਪਈਆਂ। ਕਈਆਂ ਦੇ ਮਨਾਂ ਵਿੱਚ ਆਉਂਦਾ ਹੈ ਕਿ ਸੀਸ ਦੇ ਦਈਏ, ਨਾਲ ਆਉਂਦਾ ਹੈ ਕਿ ਜੇ ਗੁਰੂ ਸਾਹਿਬ ਦੇ ਉੱਤੇ ਦੇਵੀ ਦਾ ਸਾਇਆ ਹੋਇਆ, ਐਵੇਂ ਹੀ ਜਾਏਗਾ ਸੀਸ ਦਿੱਤਾ ਹੋਇਆ। ਹੋਰ ਠਹਿਰ ਜਾਓ, ਹੋਰ ਠਹਿਰ ਜਾਓ। ਕਈ ਉੱਠ ਕੇ ਆਪਸ ਵਿੱਚ ਗੱਲਾਂ ਕਰਨ ਲੱਗ ਗਏ ਕਿ ਬਹੁਤ ਮਾੜਾ ਹੋਇਆ, ਮਾੜਾ ਕੰਮ ਹੈ। ਮਸੰਦ ਨੱਠ ਗਏ ਮਾਤਾ ਜੀ ਕੋਲ। ਮਾਤਾ ਜੀ, ਸਿੱਖੀ ਨੂੰ ਬਚਾ ਲਓ, ਸਾਹਿਬਜ਼ਾਦਾ ਸਿੱਖੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ। ਅਜੇ ਤਾਂ ਤਖਤ ਦੇ ਉੱਤੇ ਹੀ ਸੀ ਸਿਰ ਵੱਢਦਾ ਹੈ, ਜੇ ਕਿਤੇ ਥੱਲੇ ਉਤਰ ਆਇਆ ਪਤਾ ਨਹੀਂ ਕਿੰਨੇ ਕੁ ਮਾਰ ਦੇਵੇ। ਬਚਾਓ, ਜਲਦੀ ਬਚਾਓ, ਤੁਹਾਨੂੰ ਗੁਰੂ ਨਾਨਕ ਦਾ ਵਾਸਤਾ ਹੈ। ਜਿਹੜੇ ਸ਼ਰਧਾ ਵਾਲੇ ਸੀ ਉਹਨਾਂ ਦੇ ਮਨਾਂ ਵਿੱਚ ਵੀ ਖਿਆਲ ਆਈ ਜਾਂਦਾ ਹੈ ਕਿ ਗੁਰੂ ਮਹਾਰਾਜ ਨੂੰ ਕੀ ਹੋ ਗਿਆ। ਅਚਾਨਕ ਬੈਠੇ ਬੈਠੇ ਸੀਸ ਵੱਢਣੇ ਸ਼ੁਰੂ ਕਰ ਦਿੱਤੇ। ਕਿੰਨੇ ਕੁ ਵੱਢਣਗੇ। ਫਿਰ ਕਹਿੰਦੇ ਨੇ ਨੱਠਣਾ ਤਾਂ ਨਹੀਂ ਹੈ, ਅਸੀਂ ਦੇਖੀ ਜਾਏਗੀ ਜੋ ਹੋਏਗਾ। ਜੇ ਲੋੜ ਹੀ ਆ ਬਣੀ ਹੈ ਫਿਰ ਦੇਣਾ ਹੀ ਹੈ, ਫਿਰ ਵੀ ਤਾਂ ਮਰਨਾ ਹੀ ਹੈ। ਜੇ ਗੁਰੂ ਸਾਹਿਬ ਦੀ ਸ੍ਰੀ ਸਾਹਿਬ ਨਾਲ ਮਰ ਜਾਵਾਂਗੇ ਤਾਂ ਕੀ ਹੁੰਦਾ ਹੈ। ਇਧਰੋਂ ਮਹਾਰਾਜ ਜੀ ਬਾਹਰ ਨਹੀਂ ਆਏ ਇਸ ਵਾਰ। ਫਿਰ ਥੋੜੇ ਸਮੇਂ ਬਾਅਦ ਮਹਾਰਾਜ ਜੀ ਫਿਰ ਬਾਹਰ ਆਏ। ਕੁਝ ਸਮੇਂ ਬਾਅਦ ਕੌਤਕ ਵਰਤਾਇਆ। ਪੰਜਾਂ ਨੂੰ ਬਾਹਰ ਲੈ ਕੇ ਆਉਂਦੇ ਨੇ। ਮਹਾਰਾਜ ਬੜੇ ਪ੍ਰਸੰਨ ਹੋਏ, ਬਹੁਤ ਪ੍ਰਸੰਨ ਨੇ। ਕਹਿੰਦੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਨੇ ਐਸਾ ਹੀ ਇਮਤਿਹਾਨ ਲਿਆ ਸੀ, ਲੇਕਿਨ ਉਹ ਨਰਮ ਟੈਸਟ ਸੀ, ਮੁਰਦਾ ਖਾਣ ਦਾ ਸੀ। ਉਹਦੇ ਵਿੱਚੋਂ ਇਕੱਲੇ ਗੁਰੂ ਅੰਗਦ ਦੇਵ ਜੀ ਪਾਸ ਹੋਏ ਸਨ। ਅੱਜ ਸਿੱਖੀ ਦੀ ਜੜ ਪਤਾਲ ਵਿੱਚ ਲੱਗ ਗਈ ਹੈ ਤੇ ਅੱਜ 5 ਪਾਸ ਹੋ ਗਏ ਨੇ। ਉਸ ਵੇਲੇ ਮਹਾਰਾਜ ਜੀ ਉੱਚਾ ਬੋਲੇ, ਸਾਰਿਆਂ ਨੂੰ ਸੁਣਾ ਕੇ ਪੂਰੀ ਆਵਾਜ਼ ਨਾਲ ਬੋਲੇ, ਇਹ ਮੇਰਾ ਰੂਪ ਬਣ ਗਏ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮੈਂ ਹੁਣ ਇਹਨਾਂ ਵਿੱਚ ਨਿਵਾਸ ਕਰ ਲਿਆ ਹੈ। ਹੁਣ ਮੇਰੇ ਵਿੱਚ ਤੇ ਇਹਨਾਂ ਵਿੱਚ ਕੋਈ ਭੇਤ ਨਾ ਜਾਣਿਓ। ਇਹ ਪੂਰਨ ਬ੍ਰਹਮ ਗਿਆਨੀ ਹੋ ਗਏ ਨੇ, ਪੂਰੇ ਖਾਲਸਾ ਹੋ ਗਏ ਨੇ। ਉਸ ਵੇਲੇ ਮਹਾਰਾਜ ਉਹਨਾਂ ਨਾਲ ਸੰਬੋਧਨ ਹੋਏ ਪੰਜਾਂ ਵੱਲ। ਬੜੇ ਹੀ ਪ੍ਰਸੰਨ ਨੇ, ਬਹੁਤ ਦਿਆਲੂ ਕਿਰਪਾਲੂ। ਕਹਿੰਦੇ ਪ੍ਰੇਮੀਓ, ਤੁਹਾਨੂੰ ਤੇ ਮੈਨੂੰ ਹਉਮੈ ਨੇ ਅੱਡ ਕਰਿਆ ਹੋਇਆ ਸੀ, ਨਹੀਂ ਤਾਂ ਆਪਾਂ ਇੱਕੋ ਹੀ ਸੀ। ਇਹ ਹਉਮੈ ਸੀਸ ਦੇ ਕੇ ਟੁੱਟ ਗਈ ਹੈ। ਤੁਸੀਂ ਕਿਸੇ ਨੇ ਤਾਣ ਨਹੀਂ ਕਰਿਆ, ਮਾਣ ਨਹੀਂ ਕਰਿਆ ਕਿ ਮੈਂ ਸੀਸ ਦਿੰਦਾ ਹਾਂ। ਸਭ ਨੇ ਇਹੀ ਕਿਹਾ, ਪਾਤਸ਼ਾਹ ਤੇਰਾ ਸੀਸ ਹੈ, ਤੈਨੂੰ ਕੀ ਅਰਪੀਏ, ਤੇਰਾ ਹੀ ਹੈ ਇਹ। ਮੈਂ ਤੁਹਾਡਾ ਰੂਪ ਬਣ ਗਿਆ ਹਾਂ, ਹੁਣ ਤੁਸੀਂ ਮੇਰਾ ਰੂਪ ਬਣ ਗਏ ਹੋ। ਉਸ ਵਕਤ ਮਹਾਰਾਜ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਕਿਹਾ, ਪ੍ਰੇਮੀਓ ਅਫਸੋਸ ਨਾ ਕਰੋ, ਆ ਤਾਂ ਹੈਗੇ ਗੁਰਮੁਖ ਜਿਹੜੇ 5 ਨਿੱਤਰ ਆਏ। ਤੁਸੀਂ ਹੋ ਮੇਰੇ ਸਨਮੁਖ ਸਿੱਖ। ਆ ਜਿਹੜੇ ਕਹਿੰਦੇ ਨੇ ਦੇਵੀ ਪੁੱਠੀ ਪੈ ਗਈ, ਉੱਥੇ ਇਹਦੇ ਸਨਮੁਖ। ਜਿਹੜੇ ਕਹਿੰਦੇ ਨੇ 4 ਉੱਥੇ ਗੱਲਾਂ ਕਰਦੇ ਨੇ, 4 ਖੜ ਕੇ ਇੱਧਰ ਗੱਲਾਂ ਕਰਦੇ ਨੇ, ਇਹ ਨੇ ਮਨਮੁਖ। ਤੇ ਜਿਹੜੇ ਛਾਲਾਂ ਮਾਰ ਕੇ ਨੱਠ ਗਏ ਨੇ ਉਹ ਨੇ ਬੇਮੁਖ।
ਤੁਸੀਂ ਫਿਕਰ ਨਾ ਕਰੋ, ਜਦੋਂ ਤੁਹਾਡਾ ਸਮਾਂ ਆਏਗਾ ਤੁਹਾਡਾ ਵੀ ਸੀਸ ਲੇਖੇ ਲੱਗ ਜਾਊਗਾ। ਦੂਸਰਾ ਦਿਨ ਹੋਇਆ ਸਾਧ ਸੰਗਤ ਜੀ, ਮਹਾਰਾਜ ਬੜੇ ਪ੍ਰਸੰਨ ਨੇ। ਮਹਾਰਾਜ ਜੀ ਨੇ ਵੱਡਾ ਬਾਟਾ ਮੰਗਵਾ ਲਿਆ, ਸਤਲੁਜ ਦਾ ਜਲ ਮੰਗਾ ਲਿਆ। ਆਪ ਵੀਰ ਰਸ ਆਸਣ ਦੇ ਵਿੱਚ ਉੱਠ ਕੇ ਬੈਠ ਗਏ। ਪੰਜੇ ਸਿੰਘ ਸਾਹਮਣੇ ਖੜੇ ਨੇ। ਉਹਨਾਂ ਨੂੰ ਕਹਿਣ ਲੱਗੇ, ਦੇਖੋ ਵਾਹਿਗੁਰੂ ਮੰਤਰ ਗੁਰੂ ਨਾਨਕ ਪਾਤਸ਼ਾਹ ਨੇ ਲਿਆਂਦਾ ਹੈ ਧੁਰ ਦਰਗਾਹ ਚੋਂ। ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ ਤੇ ਨੇਤਰ ਜਿਹੜੇ ਨੇ ਇਸ ਜਲ ਦੇ ਵਿੱਚ ਰੱਖਣੇ ਨੇ। ਇਹ ਜਲ ਨੇ ਕਰਾਮਾਤੀ ਬਣ ਜਾਣਾ ਹੈ, ਸ਼ਕਤੀ ਵਾਲਾ ਬਣ ਜਾਣਾ ਹੈ। ਤੁਸੀਂ ਇਹਦੇ ਵਿੱਚ ਨੇਤਰ ਰੱਖ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਹੈ। ਆਪ ਮਹਾਰਾਜ ਨੇ ਜਪਜੀ ਸਾਹਿਬ, ਜਾਪ ਸਾਹਿਬ, ਚੌਪਈ ਸਾਹਿਬ, ਸਵਈਏ, ਆਨੰਦ ਸਾਹਿਬ ਦਾ ਪਾਠ ਪੜਿਆ ਤੇ ਕੁਝ ਜਲ ਬਾਹਰ ਨਿਕਲ ਕੇ ਡੁੱਲ ਗਿਆ ਹੁਲਾਰੇ ਦੇ ਨਾਲ। ਪੂਰੇ ਜੋਸ਼ ਨਾਲ ਹੁਲਾਰਾ ਦੇਣਾ ਪੈਂਦਾ ਹੈ ਉਹਦੇ ਵਿੱਚ। ਅੰਮ੍ਰਿਤ ਤਿਆਰ ਕਰਨ ਵੇਲੇ ਮਾੜੇ ਬੰਦੇ ਦਾ ਕੰਮ ਨਹੀਂ ਅੰਮ੍ਰਿਤ ਤਿਆਰ ਕਰਨਾ। ਅੰਦਰ ਵੀ ਬਹਾਦਰੀ ਹੋਣੀ ਚਾਹੀਦੀ ਹੈ, ਡਰ ਨਹੀਂ ਹੋਣਾ ਚਾਹੀਦਾ। ਜਿਹੜਾ ਡਰਦਾ ਹੈ ਉਹ ਅੰਮ੍ਰਿਤ ਨਹੀਂ ਤਿਆਰ ਕਰ ਸਕਦਾ। ਉਹ ਨਿਰਭੈ ਹੁੰਦਾ ਹੈ, ਗੁਰੂ ਹੁੰਦਾ ਹੈ ਉਸ ਦੇ ਵਿੱਚ। ਉਸ ਵੇਲੇ ਉਹ ਪੰਜ ਜਿਹੜੇ ਹੁੰਦੇ ਨੇ। ਸੋ ਉੱਥੇ ਦੋ ਚਿੜੀਆਂ ਨੇ ਆ ਕੇ ਘਿਰੇ ਹੋਏ ਜਲ ਦੇ ਵਿੱਚ ਦੀ ਘੁੱਟ-ਘੁੱਟ ਭਰ ਲਈ। ਭਰਦੇ ਸਾਰ ਲੜਾਈ ਸ਼ੁਰੂ ਹੋ ਗਈ। ਸਾਰੀ ਸੰਗਤ ਦੇਖ ਰਹੀ ਹੈ ਆ ਚਿੜੀਆਂ ਨੂੰ ਕੀ ਹੋ ਗਿਆ। ਐਨੇ ਨੂੰ ਬਾਬਾ ਰਾਮ ਕੋਇਰ ਜੀ ਬਾਬੇ ਬੁੱਢੇ ਕੇ ਬੈਠੇ ਅਨੁਭਵ ਨਾਲ ਦੇਖਿਆ ਕਿ ਮਹਾਰਾਜ ਨੇ ਬਹੁਤ ਸ਼ਕਤੀ ਵਾਲਾ ਜਲ ਬਣਾ ਦਿੱਤਾ। ਇਹਨੂੰ ਸਹੇਗਾ ਕੌਣ, ਕਿਹੜਾ ਝੱਲੇਗਾ ਇਹਦੀ ਚਾਲ। ਐਨੇ ਕਰਾਰੇ ਅੰਮ੍ਰਿਤ ਦੀ ਬਹੁਤ ਤੇਜ਼ ਧਰ ਦਿੱਤਾ। ਉਸ ਵੇਲੇ ਕਾਲੀ ਨਾਲ ਮਾਤਾ ਜੀਤੋ ਜੀ ਕੋਲ ਗਏ। ਮਾਤਾ ਜੀ ਕਿਰਪਾ ਕਰੋ, ਤੁਸੀਂ ਕਿਰਪਾ ਕਰੋ। ਕੀ ਹੋ ਗਿਆ ਬਾਬਾ ਜੀ? ਕਹਿਣ ਲੱਗੇ, ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕਰਿਆ ਹੈ, ਬਾਣੀ ਪੜੀ ਹੈ, ਉਹਦੇ ਵਿੱਚ ਐਨਾ ਤੇਜ਼ ਆ ਗਿਆ। ਮੈਂ ਦੇਖਿਆ ਅੱਖਾਂ ਦੇ ਨਾਲ। ਇੱਕ ਇੱਕ ਘੁੱਟ ਭਰੀ ਹੈ ਚਿੜੀਆਂ ਨੇ ਤੇ ਲੜਨ ਤੋਂ ਹੀ ਨਹੀਂ ਹਟਦੇ। ਹੁਣ ਤਾਂ ਮਰ ਵੀ ਗਈਆਂ ਹੋਣੀਆਂ ਨੇ। ਉਹਨਾਂ ਨੇ ਕਿਹਾ, ਮਾਤਾ ਜੀ ਤੁਸੀਂ ਮਾਂ ਹੋ, ਮਾਂ ਵਾਲਾ ਪਿਆਰ ਲੈ ਕੇ ਪਾਓ ਉਹਦੇ ਵਿੱਚ। ਪਿਆਰ ਬਿਨਾ ਖਾਲਸਾ ਖੇਰੂ ਖੇਰੂ ਹੋ ਜਾਏਗਾ, ਲੜ ਕੇ ਮਰ ਜਾਏਗਾ ਆਪਸ ਵਿੱਚ। ਪਤਾਸੇ ਲੈ ਕੇ ਚੱਲੋ। ਉਸ ਵੇਲੇ ਮਾਤਾ ਜੀ ਪਤਾਸੇ ਲੈ ਕੇ ਗਏ, ਪਤਾਸੇ ਪਾ ਦਿੱਤੇ। ਮਹਾਰਾਜ ਜੀ ਦੇਖ ਰਹੇ ਨੇ, ਮੁਸਕਰਾਏ ਤੇ ਕਹਿੰਦੇ, ਜੀਤ ਜੀ ਤੁਸੀਂ ਬੜਾ ਚੰਗਾ ਕੀਤਾ। ਅੰਮ੍ਰਿਤ ਬਹੁਤ ਤੇਜ਼ ਵਾਲਾ ਤਿਆਰ ਹੋ ਗਿਆ ਸੀ, ਬੜਾ ਕਰੂਰ ਸੀ ਖਾਲਸੇ ਨੇ ਹੋਣਾ। ਤੁਸੀਂ ਮਾਂ ਵਾਲਾ ਪਿਆਰ ਪਾ ਦਿੱਤਾ ਹੈ। ਹੁਣ ਅੰਮ੍ਰਿਤ ਦੇ ਬਾਟੇ ਦੀ ਸਾਂਝ ਨੂੰ ਦੇਖ ਕੇ ਸਾਰੇ ਫਿਰ ਤੋਂ ਇਕੱਠੇ ਹੋ ਜਾਇਆ ਕਰਨਗੇ। ਅੱਜ ਪਤਾਸੇ ਪਿੱਛੋਂ ਪਾਏ ਨੇ, ਅੱਗੇ ਤੋਂ ਪਹਿਲਾਂ ਪਾਇਆ ਕਰਨਗੇ ਬਾਣੀ ਪੜਨ ਤੋਂ ਪਹਿਲਾਂ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ, ਪੰਜਾਂ ਨੂੰ ਛਕਾ ਦਿੱਤਾ, ਕਾਇਆ ਕਲਪ ਹੋਈ। ਹੁਣ ਮਹਾਰਾਜ ਜੀ ਕਹਿੰਦੇ ਨੇ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਜਿਵੇਂ ਤੁਸੀਂ ਮੇਰੇ ਤੋਂ ਅੰਮ੍ਰਿਤ ਛਕਿਆ ਹੈ, ਉਵੇਂ ਹੀ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਉਸ ਵੇਲੇ ਮਹਾਰਾਜ ਜੀ ਨੇ ਅੰਮ੍ਰਿਤ ਛਕਿਆ ਤੇ ਨਾਲ 20,000 ਪ੍ਰੇਮੀਆਂ ਨੇ ਉਸ ਦਿਨ ਅੰਮ੍ਰਿਤ ਛਕਿਆ। ਉਸ ਵੇਲੇ ਮਹਾਰਾਜ ਜੀ ਨੇ ਸਾਰਿਆਂ ਨੂੰ ਉਪਦੇਸ਼ ਦੇਣ ਵਾਸਤੇ ਕਿਹਾ, ਪ੍ਰੇਮੀਓ, ਅੱਜ ਤੋਂ ਤੁਹਾਡੀ ਨਾ ਕੋਈ ਜਾਤ ਹੈ, ਨਾ ਕੋਈ ਨਾਈ ਹੈ, ਨਾ ਕੋਈ ਸ਼ੀਂਬਾ, ਨਾ ਜੱਟ ਖੱਤਰੀ ਚੋਰ ਕੋਈ ਨਹੀਂ ਹੈ। ਤੁਸੀਂ ਅੱਜ ਤੋਂ ਖਾਲਸੇ ਹੋ ਗਏ ਹੋ। ਹੁਣ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ। ਹੁਣ ਤੁਹਾਨੂੰ ਮੈਂ ਸਾਰਾ ਆਪਣਾ ਤੇਜ ਦੇ ਦਿੱਤਾ ਹੈ। ਰਹਿਤ ਵਿੱਚ ਰਹਿਣਾ ਹੈ, ਕਿਉਂਕਿ ਰਹਿਤ ਪਿਆਰੀ ਮੁਝਕੋ, ਸਿੱਖ ਪਿਆਰਾ ਨਹੀਂ। ਰਹਿਣੀ ਰਹੇ ਸੋਈ ਸੁਖ ਮੇਰਾ, ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਉਹ ਮੇਰਾ ਮਾਲਕ ਹੋਏਗਾ ਜਿਹੜਾ ਮੇਰੀਆਂ ਸਾਰੀਆਂ ਰਹਿਤਾਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ 5 ਪਿਆਰਿਆਂ ਦੀਆਂ ਰਹਿਤਾਂ ਰੱਖੇਗਾ। ਉਹੀ ਮੇਰਾ ਸਿੱਖ ਹੋਏਗਾ। ਵਾਹਿਗੁਰੂ।